यानी कि राहुल गांधी भी उत्थे गए हुए सी, तां उन्हां नूं बॉर्डर ते रोकिया गया सी, उन्हां दे उत्ते लाठीचार्ज किया गया सी। किसी इस करके तो नहीं किते पुतला फूकिया गया? ਉਹਨਾਂ ਦੇ ਉੱਤੇ ਪਾਣੀ ਦੀਆਂ ਵਾਸ਼ਰਾਂ ਮਾਰੀਆਂ ਗਈਆਂ। ਉਹਨਾਂ ਨੂੰ 80-80 ਸਾਲ ਦੇ ਬਜ਼ੁਰਗ ਜਿਹੜੇ ਆ ਉਹ ਸੜਕਾਂ ਦੇ ਉੱਤੇ ਰੇਂਗਦੇ ਨਜ਼ਰ ਆਏ ਸਨ। ਤੇ ਉਹਨਾਂ ਨੇ ਪਟੀਸ਼ਨ ਵੀ ਦਾਇਰ ਕੀਤੀ ਸੀ, ਹਾਈ ਕੋਰਟ ਦੇ ਵਿੱਚ ਅਪੀਲ ਵੀ ਕੀਤੀ ਸੀ, ਤਾਂ ਫਿਰ ਉਸ ਨੂੰ ਵਾਪਸ ਕਿਉਂ ਲਿਆ ਗਿਆ? ਅੱਜ ਕੋਈ ਜਥੇਬੰਦੀਆਂ ਦੀ ਜਿਹੜੀ ਆ ਮੀਟਿੰਗ ਹੋਈ ਆ, ਉਹ ਮੀਟਿੰਗ ਦੇ ਵਿੱਚ ਕੋਈ ਤੈਅ ਕੀਤਾ, ਉੱਥੋਂ ਉਹਨਾਂ ਨੇ ਆਪਣੀ ਜਿਹੜੀ ਆ ਉਹ ਪਟੀਸ਼ਨ ਜਿਹੜੀ ਵਾਪਸ ਲੈ ਲਈ ਆ। ਹਾਈ ਕੋਰਟ ਤੇ ਸਾਨੂੰ ਵਿਸ਼ਵਾਸ ਨਹੀਂ ਹੈ ਕਿ ਇੱਥੋਂ ਇਨਸਾਫ ਮਿਲੇ। ਵੇਖੋ ਜੀ, ਕੋਰਟਾਂ ਦੇ ਵਿਸ਼ਵਾਸ ਦੀ ਜੇ ਗੱਲ ਕਰੀਏ ਤੇ ਪਾਣੀਆਂ ਦਾ ਮਸਲਾ 50 ਸਾਲ ਹੋ ਗਏ ਜੇ ਲੜਦਾ ਫਿਰਦਾ, ਕੋਈ ਇਨਸਾਫ ਨਹੀਂ ਮਿਲਿਆ। ਬਗਰਾੜੀ ਕਾਂਡ ਜਾਂ ਬਹਿਬਲ ਕਲਾਂ ਕਾਂਡ, ਉਹਦਾ ਅਜੇ ਕੋਈ ਇਨਸਾਫ ਨਹੀਂ ਮਿਲਿਆ। ਤਾਂ ਕਿ ਪਹਿਲੋਂ ਕਿਸਾਨਾਂ ਨੂੰ ਵਿਸ਼ਵਾਸ ਦੇ ਵਿੱਚ ਲਿਆ ਜਾਵੇ, ਕਿਉਂਕਿ ਅਜੇ ਤੱਕ ਜਿਹੜਾ ਵਾ ਸੈਂਟਰ ਦੀ ਸਰਕਾਰ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਆ ਕਿ ਬਿੱਲ ਲੋਕਾਂ ਨੂੰ ਬਿਲਕੁਲ ਵਾਰਾ ਨਹੀਂ ਖਾਂਦੇ, ਲੋਕਾਂ ਦੇ ਬਰਖਲਾਫ ਨੇ। ਕਿਸਾਨਾਂ ਦੇ ਕੋਲ ਇਹੋ ਜਿਹੇ ਆਗੂ ਆ ਜਿਹੜੇ ਬਹੁਤ ਪੜ੍ਹੇ ਲਿਖੇ ਨੇ, ਚੰਗੀ ਤਰ੍ਹਾਂ ਇੱਕ ਇੱਕ ਅੱਖਰ ਬਾਰੇ ਜਾਣਦੇ ਨੇ। ਹਾਲਾਂਕਿ ਮੰਤਰੀ ਮੰਡਲ ਦੇ ਵਿੱਚ ਇਹਨਾਂ ਕੋਲ ਅਨਪੜ੍ਹ ਬੰਦੇ ਹੈਗੇ ਆ, ਦੋ ਚਾਰ ਜਮਾਤਾਂ ਵਾਲੇ ਹੈਗੇ ਨੇ। ਜਿਹੜੀ ਸਰਕਾਰ ਆਪ ਗੁੰਮਰਾਹ ਹੋ ਰਹੀ ਆ, ਆਪ ਉਹਦੇ ਚੋਂ ਨਿਕਲੇ ਕਿ ਜੇ ਉਹਨਾਂ ਨੇ ਜਿੰਨੀ ਕੁਆਂਟੀਟੀ ਲਈ ਆ, ਜੇ ਉਹਦੇ ਤੋਂ ਫਸਲ ਘੱਟ ਨਿਕਲੀ ਤੇ ਇਹਨਾਂ ਨੇ ਉਹਦੇ ਤੇ ਜਿਹੜੀ ਆ ਆਪਣਾ ਫਾਈਨ ਲਾਉਣਾ ਵਾ, ਜੁਰਮਾਨਾ ਲਾਉਣਾ ਵਾ। ਜਿਹੜੇ ਕਿਸਾਨ ਉਹ ਕਹਿੰਦੇ ਆ, ਕਈ ਦੀ ਗੱਲ ਕੰਡੇ ਪਵਾਰ ਦੇ ਵਿੱਚ ਦਿੱਤੀ, ਉਹ ਕਿਸਾਨ ਨਹੀਂ ਆ, ਮਜ਼ਦੂਰਾਂ ਨੂੰ ਫੜ ਕੇ ਉਹਨਾਂ ਨੂੰ ਕੁਝ ਪੈਸੇ ਦੇ ਕੇ ਬੁਲਵਾਇਆ ਗਿਆ ਵਾ। ਉਹ ਦੱਸਣਾ ਚੁੱਕ ਸਾਹਿਬ ਵੀ ਕਿਹੜੇ ਕਿਸਾਨ ਉਹਨਾਂ ਦੇ ਫੇਵਰ 'ਚ ਜ਼ਿਆਦਾ ਤੇ ਫਿਰ ਉਹ ਭੱਜੇ ਕਿਉਂ। ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ 3 ਆਰਡੀਨੈਂਸ ਬਿੱਲਾਂ ਨੂੰ ਲੈ ਕੇ ਕਿਸਾਨ ਲਗਾਤਾਰ ਧਰਨੇ ਪ੍ਰਦਰਸ਼ਨ ਕਰ ਰਿਹਾ ਹੈ ਤੇ ਲਗਾਤਾਰ ਰੇਲ ਰੋਕੋ ਉਹਨਾਂ ਵੱਲੋਂ ਅੰਦੋਲਨ ਜਿਹੜਾ ਚਲਾਇਆ ਗਿਆ ਸੀ ਤੇ ਉਸ ਦੀਆਂ ਕੁਝ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣਾ ਚਾਹਾਂਗੇ ਕਿ ਇਹ ਤੁਸੀਂ ਦੇਖ ਸਕਦੇ ਹੋ ਦੇਵੀਦਾਸਪੁਰੇ ਦੀਆਂ ਤਸਵੀਰਾਂ ਨੇ, ਜਿੱਥੇ ਕਿ ਕਿਸਾਨ ਅਜੇ ਵੀ ਧਰਨੇ ਪ੍ਰਦਰਸ਼ਨ ਕਰ ਰਿਹਾ ਹੈ ਔਰ ਰੇਲ ਰੋਕੋ ਅੰਦੋਲਨ ਜਿਹੜਾ ਕਿ ਕਿਸਾਨਾਂ ਵੱਲੋਂ ਚਲਾਇਆ ਗਿਆ ਸੀ ਉਹ ਅਜੇ ਵੀ ਜਾਰੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇਵੀਦਾਸਪੁਰਾ ਦੇ ਵਿੱਚ ਪੁਤਲਾ ਵੀ ਫੂਕਿਆ ਗਿਆ ਸੀ। ਉਹ ਪੁਤਲਾ ਜਿਹੜਾ ਕਿ ਮਨੋਹਰ ਲਾਲ ਖੱਟਰ ਜਿਹੜੇ ਕਿ ਹਰਿਆਣੇ ਦੇ ਸੀਐਮ ਨੇ ਉਹਨਾਂ ਵੱਲੋਂ ਫੂਕਿਆ ਗਿਆ ਸੀ। ਤਾਂ ਸਾਡੇ ਨਾਲ ਇਸ ਸਮੇਂ ਜਿਹੜੇ ਕਿਸਾਨ ਆਗੂ ਨੇ ਉਹ ਮੌਜੂਦ ਨੇ, ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਕਿ ਜਿਹੜਾ ਉਹ ਪੁਤਲਾ ਫੂਕਿਆ ਗਿਆ ਸੀ ਕੀ ਵਜ੍ਹਾ ਰਹੀ ਹੈ। ਸਰ, ਜਿਹੜਾ ਤੁਹਾਡੇ ਵੱਲੋਂ ਇਹ ਪੁਤਲਾ ਜਿਹੜਾ ਫੂਕਿਆ ਗਿਆ ਹੈ ਹਰਿਆਣੇ ਦੇ ਸੀਐਮ ਦਾ? ਮੈਂ ਸੁਖਵਿੰਦਰ ਸਿੰਘ ਸਭਰਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੰਗਠਨ ਸਕੱਤਰ। ਜਿਹੜਾ ਹਰਿਆਣੇ ਦੇ ਮੁੱਖ ਮੰਤਰੀ ਦਾ ਅੱਜ ਪੁਤਲਾ ਫੂਕਿਆ ਗਿਆ ਵਾ, ਉਹਦਾ ਕਾਰਨ ਇਹ ਆ ਵੀ ਕੱਲ 6 ਅਕਤੂਬਰ ਨੂੰ ਹਰਿਆਣੇ ਦੇ ਕਿਸਾਨ ਜਿਹੜੇ ਆ ਖੇਤੀ ਆਰਡੀਨੈਂਸ ਦੇ ਬਰਖਲਾਫ ਜਿਹੜੇ ਇਹ ਕਾਨੂੰਨ ਬਣ ਗਏ ਆ, ਉਹਨਾਂ ਦੇ ਬਰਖਲਾਫ ਅੰਦੋਲਨ ਦੇ ਵਿੱਚ ਸੀ। ਸ਼ਾਂਤਮਈ ਅੰਦੋਲਨ ਕਰਦਿਆਂ ਦੇ ਉੱਤੇ ਸਰਕਾਰ ਨੇ ਲਾਠੀਚਾਰਜ ਵੀ ਕੀਤਾ, ਉਹਨਾਂ ਦੇ ਪਾਣੀ ਦੀਆਂ ਵਾਸ਼ਰਾਂ ਵੀ ਮਾਰੀਆਂ ਗਈਆਂ, ਉਹਨਾਂ ਦੇ ਅਥਰੂ ਗੈਸ ਦੇ ਗੋਲੇ ਵੀ ਸੁੱਟੇ ਗਏ। ਅਸੀਂ ਨਿਹਾਇਤ ਹੀ ਇਹਦੀ ਨਿਖੇਧੀ ਕਰਦਿਆਂ ਆ, ਮਤਲਬ ਕੰਗਾਲ ਮਾਨਸਿਕਤਾ ਕਵਾਂਗੇ ਵੀ ਆਪਣਾ ਸਾਨੂੰ ਜਮਹੂਰੀ ਹੱਕ ਦੇ ਨਾਲ ਆਪਣਾ ਰੋਸ ਜ਼ਾਹਰ ਕਰਨ ਦਾ ਵੀ ਕੋਈ ਹੱਕ ਨਹੀਂ। ਇੱਥੋਂ ਡੈਮੋਕ੍ਰੇਸੀ ਦੀਆਂ ਧੱਜੀਆਂ ਉਡਾਈਆਂ ਗਈਆਂ। ਇਸ ਕਰਕੇ ਅਸੀਂ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਭਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਹਰਿਆਣੇ ਦੀ ਸਰਕਾਰ ਦੇ ਖੱਟਰ ਦੇ ਮਤਲਬ ਮੁੱਖ ਮੰਤਰੀ ਦੇ ਜਿਹੜੇ ਉਹ ਪੁਤਲੇ ਫੂਕ ਕੇ ਅਸੀਂ ਰੋਸ ਜ਼ਾਹਰ ਕੀਤਾ ਤੇ ਹਰਿਆਣੇ ਦੇ ਕਿਸਾਨਾਂ ਦੇ ਅਸੀਂ ਨਾਲ ਖੜੇ ਹਾਂ। ਪਰ ਸਰ, ਗੱਲ ਕਰੀਏ ਕਿ ਹਰਿਆਣਾ ਬਾਰਡਰ ਦੇ ਉੱਤੇ ਤਾਂ ਜਿਹੜਾ ਕਾਂਗਰਸ ਸਰਕਾਰ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਉਹਨਾਂ ਦੇ ਉੱਤੇ ਇਹ ਸਭ ਕੁਝ ਹੋਇਆ? ਨਹੀਂ ਜੀ, ਹੋਇਆ ਹਰਿਆਣੇ ਦੇ ਕਿਸਾਨਾਂ ਤੇ ਉਹਨਾਂ ਦੇ ਉੱਤੇ ਨਹੀਂ ਹੋਇਆ, ਹਰਿਆਣੇ ਦੇ ਕਿਸਾਨਾਂ ਤੇ ਹੋਇਆ ਵਾ। ਉਹ ਕਿਸਾਨਾਂ ਦੇ ਉੱਤੇ ਹੋਇਆ ਵਾ ਜਿਹੜੇ ਕਿਸਾਨ ਅੰਦੋਲਨ ਕਰ ਰਹੇ ਆ ਆਪਣਾ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਬਾਰੇ। ਬਿਲਕੁਲ, ਪਰ ਬਾਰਡਰ ਦੇ ਉੱਤੇ ਤਾਂ ਜਿਹੜੇ ਕਾਂਗਰਸੀ ਆਗੂ ਸੀ ਯਾਨੀ ਕਿ ਰਾਹੁਲ ਗਾਂਧੀ ਵੀ ਉੱਥੇ ਗਏ ਹੋਏ ਸੀ, ਤਾਂ ਉਹਨਾਂ ਨੂੰ ਬਾਰਡਰ ਤੇ ਰੋਕਿਆ ਗਿਆ ਸੀ, ਉਹਨਾਂ ਦੇ ਉੱਤੇ ਲਾਠੀਚਾਰਜ ਕੀਤਾ ਗਿਆ ਸੀ। ਕਿਸੇ ਇਸ ਕਰਕੇ ਤਾਂ ਨਹੀਂ ਕਿਤੇ ਪੁਤਲਾ ਫੂਕਿਆ ਗਿਆ? ਨਹੀਂ ਜੀ, ਪੁਤਲਾ ਜਿਹੜਾ ਫੂਕਿਆ ਗਿਆ ਵਾ ਉਹ ਸਿਰਸੇ ਦੇ ਵਿੱਚ ਜੋ ਕੁਝ ਹੋਇਆ ਵਾ ਉਹਦੇ ਮੁਤਾਬਕ ਸਿਰਸੇ ਦੇ ਵਿੱਚ ਬੜਾ ਵੱਡਾ ਇਕੱਠ ਹੋਇਆ, ਬਹੁਤ ਹਜ਼ਾਰਾਂ ਦੀ ਤਾਦਾਦ ਵਿੱਚ ਕਿਸਾਨ ਮਜ਼ਦੂਰ ਇਕੱਠੇ ਸਨ। ਉਹਨਾਂ ਦੀ ਕਾਲ ਸੀ ਕਿ 6 ਤੋਂ 8 ਅਸੀਂ ਅੰਦੋਲਨ ਕਰਾਂਗੇ ਇਹਨਾਂ ਖੇਤੀ ਆਰਡੀਨੈਂਸਾਂ ਦੇ ਬਰਖਲਾਫ। ਉਹਨਾਂ ਦੇ ਉੱਤੇ ਪਾਣੀ ਦੀਆਂ ਵਾਸ਼ਰਾਂ ਮਾਰੀਆਂ ਗਈਆਂ। ਉਹਨਾਂ ਨੂੰ 80-80 ਸਾਲ ਦੇ ਬਜ਼ੁਰਗ ਜਿਹੜੇ ਆ ਉਹ ਸੜਕਾਂ ਦੇ ਉੱਤੇ ਰੇਂਗਦੇ ਨਜ਼ਰ ਆਏ ਸਾਨੂੰ, ਤੇ ਉਹਨਾਂ ਦੇ ਨਾਲ ਸਾਡੇ ਆਗੂਆਂ ਦਾ ਸੰਪਰਕ ਵੀ ਹੋਇਆ ਵਾ। ਸਰ, ਜਿਹੜੀਆਂ 31-32 ਜਿਹੜੀਆਂ ਜਥੇਬੰਦੀਆਂ ਹੈਗੀਆਂ ਨੇ, ਉਹਨਾਂ ਦੇ ਵਿੱਚੋਂ ਲੱਖੋਵਾਲ ਜਿਹੜੇ ਨੇ ਉਹ ਹਾਈ ਕੋਰਟ ਵੀ ਗਏ ਸਨ, ਉਹਨਾਂ ਦੇ ਵੱਲੋਂ ਪਟੀਸ਼ਨ ਦਾਇਰ ਵੀ ਕੀਤੀ ਗਈ ਸੀ ਤਾਂ ਵਾਪਸ ਵੀ ਲੈ ਲਿੱਤੀ ਗਈ। ਵਜ੍ਹਾ ਕੀ ਸੀ ਇਹ ਕਿ ਤੁਹਾਡੀ ਸਮਰਥਨ ਤੁਹਾਡੇ ਵੱਲੋਂ ਹੈਗਾ ਸੀ ਉਹਨਾਂ ਨੂੰ, ਜਾਂ ਉਹ ਇਕੱਲੇ ਇਸ ਗੱਲ ਦੇ ਹਾਈ ਕੋਰਟ ਦੇ ਵਿੱਚ ਇਕੱਲੇ ਚਲੇ ਗਏ ਸੀ? ਵੇਖੋ ਜੀ, ਅਸੀਂ ਮਤਲਬ 24 ਤਰੀਕ ਤੋਂ ਜਿਹੜੇ ਰੇਲਵੇ ਟਰੈਕਾਂ ਤੇ ਆ, ਉੱਦਾਂ ਵੈਸੇ 7 ਸਤੰਬਰ ਤੋਂ ਸਾਡਾ ਜਿਹੜਾ ਅੰਦੋਲਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਚੱਲ ਰਿਹਾ। ਉਸ ਤੋਂ ਬਾਅਦ ਜਿਹੜੀਆਂ ਸਾਡੇ ਵੱਡੇ ਭਰਾ 31 ਜਥੇਬੰਦੀਆਂ ਨੇ ਮਤਲਬ ਜਿਹੜਾ ਅੰਦੋਲਨ ਸ਼ੁਰੂ ਕੀਤਾ, ਅਸੀਂ ਉਹਨਾਂ ਦਾ ਪੂਰਨ ਤੌਰ 'ਤੇ ਸਮਰਥਨ ਕਰਦਿਆਂ ਹੋਇਆਂ 1 ਅਕਤੂਬਰ ਤੋਂ ਆ ਜਿਹੜਾ ਸਾਡਾ ਰੇਲ ਰੋਕੋ ਚੱਲ ਰਿਹਾ ਵਾ, ਇਹ ਉਹਨਾਂ ਦੇ ਸਮਰਥਨ 'ਚ ਚੱਲ ਰਿਹਾ ਜੀ। ਮੇਰਾ ਸਵਾਲ ਇਹ ਹੈ ਕਿ ਲੱਖੋਵਾਲ ਜਿਹੜੇ ਨੇ ਉਹ ਹਾਈ ਕੋਰਟ ਦੇ ਵਿੱਚ ਗਏ ਸਨ
ਤੇ ਉਹਨਾਂ ਨੇ ਪਟੀਸ਼ਨ ਵੀ ਦਾਇਰ ਕੀਤੀ ਸੀ, ਹਾਈ ਕੋਰਟ ਦੇ ਵਿੱਚ ਅਪੀਲ ਵੀ ਕੀਤੀ ਸੀ, ਤਾਂ ਫਿਰ ਉਸ ਨੂੰ ਵਾਪਸ ਕਿਉਂ ਲਿਆ ਗਿਆ? ਹਾਂਜੀ, ਉਹ ਅੱਜ ਕੋਈ ਜਥੇਬੰਦੀਆਂ ਦੀ ਜਿਹੜੀ ਆ ਮੀਟਿੰਗ ਹੋਈ ਆ, ਉਹ ਮੀਟਿੰਗ ਦੇ ਵਿੱਚ ਕੋਈ ਤੈਅ ਕੀਤਾ, ਉੱਥੋਂ ਉਹਨਾਂ ਨੇ ਆਪਣੀ ਜਿਹੜੀ ਆ ਉਹ ਪਟੀਸ਼ਨ ਜਿਹੜੀ ਵਾਪਸ ਲੈ ਲਈ ਆ। ਇਹ ਪਤਾ ਨਹੀਂ ਵੀ ਉਹ ਆਪਣੇ ਆਪ ਗਏ ਆ ਜਾਂ ਮਤਲਬ ਹਾਈ ਕੋਰਟ ਦੇ ਸਾਰੀਆਂ ਦੀ ਸਹਿਮਤੀ ਨਾਲ ਗਏ ਸੀ, ਪਰ ਉਹ ਪਟੀਸ਼ਨ ਦਾ ਪਤਾ ਲੱਗਾ ਵੀ ਅੱਜ ਕੋ ਉਹਨਾਂ ਨੇ ਵਾਪਸ ਲੈ ਲਈ ਆ। ਉਹ ਉਹਨਾਂ ਦੀ ਇਹ ਵੀ ਪਤਾ ਲੱਗਾ ਸਰ, ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਕਹਿੰਦੇ ਨੇ ਜੀ ਹਾਈ ਕੋਰਟ ਤੇ ਸਾਨੂੰ ਵਿਸ਼ਵਾਸ ਨਹੀਂ ਹੈ ਕਿ ਇੱਥੋਂ ਇਨਸਾਫ ਮਿਲੇਗਾ। ਵੇਖੋ ਜੀ, ਕੋਰਟਾਂ ਦੇ ਵਿਸ਼ਵਾਸ ਦੀ ਜੇ ਗੱਲ ਕਰੀਏ ਤੇ ਪਾਣੀਆਂ ਦਾ ਮਸਲਾ 50 ਸਾਲ ਹੋ ਗਏ ਜੇ ਲਟਕਦਾ ਫਿਰਦਾ, ਕੋਈ ਇਨਸਾਫ ਨਹੀਂ ਮਿਲਿਆ। ਬਗਰਾੜੀ ਕਾਂਡ ਜਾਂ ਬਹਿਬਲ ਕਲਾਂ ਕਾਂਡ, ਉਹਦਾ ਅਜੇ ਕੋਈ ਇਨਸਾਫ ਨਹੀਂ ਮਿਲਿਆ। ਮਤਲਬ ਇਹ ਆ ਵੀ ਲੋਕਾਂ ਦਾ ਇਹ ਨਿਜ਼ਾਮ ਤੋਂ ਵਿਸ਼ਵਾਸ ਉੱਠਿਆ ਖੜਾ ਵਾ, ਉਹਦਾ ਕਾਰਨ ਮਤਲਬ ਵੀ ਹੋ ਸਕਦਾ ਉਹਨਾਂ ਨੇ ਵਾਪਸ ਲੈ ਲਈ ਹੋਵੇ। ਇਹਦੇ ਬਾਰੇ ਕਲੀਅਰ ਨਹੀਂ ਗਾ ਵੀ ਉਹਨਾਂ ਨੇ ਕਿਹੜੇ ਕਾਰਨ ਪਹਿਲਾਂ ਇਕੱਲੇ ਤੌਰ ਤੇ ਪਟੀਸ਼ਨ ਦਾਇਰ ਕੀਤੀ ਜਾਂ ਸਾਰਿਆਂ ਦੀ ਸਹਿਮਤੀ ਨਾਲ ਕੀਤੀ, ਜਾਂ ਅੱਜ ਵਾਪਸ ਲਈ ਆ ਉਹ ਸਾਰਿਆਂ ਦੀ ਸਹਿਮਤੀ ਨਾਲ ਲਈ ਜਾਂ ਇਕੱਲੇ ਤੌਰ ਤੇ ਲਈ ਆ, ਇਹ ਉਹ ਮੇਰੇ ਨਾਲੋਂ ਬਿਹਤਰ ਦੱਸ ਸਕਦੇ ਆ। ਤਾਂ ਬਿਲਕੁਲ ਸਾਡੇ ਨਾਲ ਹੋਰ ਵੀ ਜਿਹੜੀਆਂ ਮੌਜੂਦ ਨੇ, ਜਿਹੜੇ ਕਿ ਕਿਸਾਨ ਆਗੂ ਨੇ, ਉਹ ਇੱਥੇ ਬੈਠੇ ਹੋਏ ਨੇ। ਤਾਂ ਸਰ, ਹੁਣ ਤਾਂ ਕੇਂਦਰ ਸਰਕਾਰ ਵੀ ਝੁਕ ਚੁੱਕੀ ਹੈ, ਤਾਂ ਉਹ ਕਹਿ ਰਹੀ ਹੈ ਕਿ ਕਿਸਾਨ ਜਿਹੜੇ ਨੇ ਉਹਨਾਂ ਨੂੰ ਬੁਲਾਇਆ ਜਾ ਰਿਹਾ ਹੈ, ਉਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ ਸਾਡੇ ਨਾਲ ਆ ਕੇ ਮੀਟਿੰਗ ਕਰੋ, ਤਾਂ ਕੀ ਤੁਹਾਡੇ ਵੱਲੋਂ ਜਾਇਆ ਜਾਏਗਾ ਉੱਥੇ? ਆ ਜਿਹੜਾ ਸਰਕਾਰ ਵੱਲੋਂ ਆਇਆ ਵਾ ਕਿ ਆ ਕੇ ਗੱਲਬਾਤ ਕਰੋ, ਮੀਟਿੰਗ ਕਰੋ, ਉਹਦੇ ਵਿੱਚ ਕਿਤੇ ਸਰਕਾਰ ਜਿਹੜੀ ਆ ਉਹ ਬਿਲਕੁਲ ਸਹਿਰਦ ਨਹੀਂ ਆ, ਉਹ ਡਬਲ ਮਾਈਂਡਡ ਆ ਉੱਥੇ। ਵੀ ਇੱਕ ਬੰਨੇ ਤਾਂ ਕਿਸਾਨਾਂ ਨੂੰ, ਪੰਜਾਬ ਵਾਲਿਆਂ ਨੂੰ ਸੱਦਣ ਦੇ ਦਿੱਲੀ ਆ ਕੇ ਗੱਲਬਾਤ ਕਰੀਏ, ਦੂਸਰੇ ਬੰਨੇ ਜਿਹੜਾ ਵਾ ਹਰਿਆਣੇ ਦੇ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕਰਦੇ ਨੇ, ਤਸੱਦਦ ਕਰਦੇ ਨੇ ਪੂਰੀ ਤਰੀਕੇ ਨਾਲ, ਵੀ ਉੱਥੇ ਪਾਣੀ ਦੀਆਂ ਵਿਛਾੜਾਂ ਵੀ ਮਾਰੀਆਂ ਗਈਆਂ, ਟੀਅਰ ਸਮੋਕ ਦਾ ਇਸਤੇਮਾਲ ਵੀ ਕੀਤਾ ਗਿਆ, ਲਾਠੀ ਚਾਰਜ ਵੀ ਹੋਇਆ। ਤੇ ਸਰਕਾਰ ਨੂੰ ਪਹਿਲਾਂ ਉਸ ਤਰੀਕੇ ਦਾ ਮਾਹੌਲ ਬਣਾਉਣਾ ਜ਼ਰੂਰੀ ਆ, ਤਾਂ ਕਿ ਪਹਿਲੋਂ ਕਿਸਾਨਾਂ ਨੂੰ ਵਿਸ਼ਵਾਸ ਦੇ ਵਿੱਚ ਲਿਆ ਜਾਵੇ। ਕਿਸਾਨ ਚਾਹੇ ਹਰਿਆਣਾ ਦਾ ਵਾ, ਚਾਹੇ ਹਿਮਾਚਲ ਦਾ ਵਾ, ਚਾਹੇ ਉਹ ਮੱਧ ਪ੍ਰਦੇਸ਼ ਦਾ, ਉੱਤਰਾਖੰਡ ਦਾ ਵਾ, ਕਿਤੋਂ ਦਾ ਕਿਸਾਨ ਹੈ, ਕਿਸਾਨ ਤਾਂ ਕਿਸਾਨ ਹੈ, ਕਿਸਾਨੀ ਵਾਸਤੇ ਲੜਨਦੇ ਨੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿੱਥੇ ਵੀ ਕਿਤੇ ਦੇਸ਼ ਭਰ ਦੇ ਵਿੱਚ ਜਿੱਥੇ ਵੀ ਇਹਨਾਂ ਕਾਲੇ ਕਾਨੂੰਨਾਂ ਦੇ ਬਰਖਲਾਫ ਸੈਂਟਰ ਸਰਕਾਰ ਨਾਲ ਲੜਾਈ ਆ, ਉਹਦਾ ਸਮਰਥਨ ਦੇ ਵਿੱਚ ਆ। ਇੱਕ ਬੰਨੇ ਜਦੋਂ ਉਹਨਾਂ ਨੂੰ ਕੁੱਟ ਪੈਣ ਡਈ ਆ, ਉਹਨਾਂ ਨਾਲ ਤਸੱਦਦ ਹੋਣ ਡਿਆ, ਤੇ ਦੂਜੇ ਬੰਨੇ ਕਿਸਾਨਾਂ ਨੂੰ ਕਹਿੰਦੇ ਵੀ ਪੰਜਾਬ ਵਾਲੇ ਤੁਸੀਂ ਆ ਕੇ ਗੱਲ ਕਰ ਲਓ, ਤੇ ਫਿਰ ਗੱਲ ਤੇ ਕਿਸਾਨੀ ਤੇ ਹੋਣੀ ਆ। ਤੇ ਕਿਸਾਨ ਫਿਰ ਇਹਦੇ ਵਿੱਚ ਮਤਲਬ ਸਰਕਾਰ ਦੀ ਆ ਮਨਸ਼ਾ ਵਾ ਕੇ ਉਹਨਾਂ ਹਰਿਆਣੇ ਵਾਲਿਆਂ ਨੂੰ, ਪੰਜਾਬ ਵਾਲਿਆਂ ਨੂੰ ਪਾੜ ਦਈਏ, ਇਹਨਾਂ ਦਾ ਜਿਹੜਾ ਅੰਦੋਲਨ ਆ ਉਹ ਇਕੱਠਾ ਨਾ ਚੱਲੇ। ਡਬਲ ਮਾਈਂਡਡ ਆ। ਪਹਿਲੋਂ ਸਰਕਾਰ ਇਸ ਤਰੀਕੇ ਦਾ ਮਾਹੌਲ ਬਣਾਏ ਵੀ ਗੱਲਬਾਤ ਕਰਨ ਦਾ ਮਾਹੌਲ ਬਣਾਏ, ਜਿਹੜੇ ਉਲਟੇ ਪੁਲਟੇ ਬਿਆਨ ਦਿੰਦੇ ਆ ਉਹਨਾਂ ਨੂੰ ਰੁਕਿਆ ਜਾਵੇ, ਮਾਹੌਲ ਬਣਾ ਕੇ ਤਾਂ ਜਿਹੜਾ ਵਾ ਉਹ ਇਹਨਾਂ ਨੂੰ ਆਪਣਾ ਗੱਲਬਾਤ ਦਾ ਜਿਹੜਾ ਇਹ ਬਿੱਲਾਂ ਨੂੰ ਲੈ ਕੇ ਪ੍ਰਦਰਸ਼ਨ ਚੱਲ ਰਿਹਾ, ਉਹਨਾਂ ਵੱਲੋਂ ਤਾਂ ਇਹੀ ਕਿਹਾ ਜਾ ਰਿਹਾ ਕਿ ਆਉਣਗੇ ਕਿਸਾਨ ਤਾਂ ਉਹਨਾਂ ਦੇ ਨਾਲ ਮੀਟਿੰਗ ਹੋਏਗੀ, ਤਾਂ ਤਦ ਹੀ ਇਸ ਬਿੱਲਾਂ ਦੇ ਵਿੱਚ ਸ਼ੋਧ ਕੀਤਾ ਜਾਏਗਾ। ਹਾਂਜੀ, ਇਹਦੇ ਵਿੱਚ ਜਿਹੜਾ ਵਾ ਇਹ ਵੀ ਕਿਤੇ ਨਾ ਕਿਤੇ ਬੇਵਕੂਫ ਬਣਾਉਣ ਵਾਲੀਆਂ ਗੱਲਾਂ ਵਾ, ਕਿਉਂਕਿ ਅਜੇ ਤੱਕ ਜਿਹੜਾ ਵਾ ਸੈਂਟਰ ਦੀ ਸਰਕਾਰ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ ਕਿ ਬਿੱਲ ਲੋਕਾਂ ਨੂੰ ਬਿਲਕੁਲ ਵਾਰਾ ਨਹੀਂ ਖਾਂਦੇ, ਲੋਕਾਂ ਦੇ ਬਰਖਲਾਫ ਨੇ। ਅਜੇ ਤੱਕ ਵੀ ਭਾਜਪਾ ਦੇ ਜਿੰਨੇ ਵੀ ਮੰਤਰੀ ਨੇ, ਸਰਕਾਰ ਦੇ ਜਿਹੜੇ ਨੇ, ਉਹ ਸਾਰਾ ਕੁਝ ਇਸ ਗੱਲ ਤੇ ਜ਼ੋਰ ਦਿੰਦੇ ਆ ਕਿ ਸ਼ਾਇਦ ਕਿਸਾਨ ਜਿਹੜੇ ਆ ਉਹ ਇਹਨੂੰ ਸਮਝਦੇ ਨਹੀਂ, ਉਹ ਜਾਣਦੇ ਨਹੀਂ ਆ। ਹਾਂਜੀ, ਇਹਦੇ ਵਿੱਚ ਆ ਵੀ ਕਿਸਾਨਾਂ ਦੇ ਕੋਲ ਇਹੋ ਜਿਹੇ ਆਗੂ ਆ ਜਿਹੜੇ ਬਹੁਤ ਪੜ੍ਹੇ ਲਿਖੇ ਨੇ, ਚੰਗੀ ਤਰ੍ਹਾਂ ਇੱਕ ਇੱਕ ਅੱਖਰ ਬਾਰੇ ਜਾਣਦੇ ਨੇ। ਹਾਲਾਂਕਿ ਮੰਤਰੀ ਮੰਡਲ ਦੇ ਵਿੱਚ ਇਹਨਾਂ ਕੋਲ ਅਨਪੜ੍ਹ ਬੰਦੇ ਹੈਗੇ ਆ, 2-2 4-4 ਜਮਾਤਾਂ ਵਾਲੇ ਹੈਗੇ ਨੇ, ਪਰੰਤੂ ਉਹਨਾਂ ਦਾ ਜਾਣ ਬੁੱਝ ਕੇ ਇਹਦੇ ਤੇ ਪਾਈ ਜਾਂਦੇ ਆ ਵੀ ਕਿਸਾਨਾਂ ਨੂੰ ਇਹਦੇ ਬਾਰੇ ਠੀਕ ਗਿਆਨ ਨਹੀਂ ਆ। ਅੱਜ ਵੀ ਕਿਤੇ ਇਹਨਾਂ ਨੂੰ ਅਸੀਂ ਸੱਦ ਕੇ ਤੇ ਉਹਨਾਂ ਦੇ ਸ਼ੰਕੇ ਦੂਰ ਕਰਨੇ ਆ। ਸ਼ੰਕੇ ਵਾਲੀ ਉਹਦੇ 'ਚ ਗੱਲ ਹੀ ਕੋਈ ਨਹੀਂ ਆ। ਜਿੰਨੀਆਂ ਵੀ ਮੱਦਾਂ ਤਿੰਨਾਂ ਹੀ ਕਾਲੇ ਕਾਨੂੰਨਾਂ ਦੇ ਵਿੱਚ ਨੇ, ਸਾਰੀਆਂ ਹੀ ਕਿਸਾਨਾਂ ਦੇ ਵਿਰੋਧ ਦੇ ਵਿੱਚ ਨੇ, ਕਿਸਾਨੀ ਨੂੰ ਤਬਾਹ ਕਰਨ ਵਾਲੀਆਂ ਨੇ, ਭੁੱਖਮਰੀ ਨੂੰ ਵਾਲੇ ਪਾਸੇ ਲਿਜਾਣ ਵਾਲੀਆਂ ਨੇ। ਪੂਰੀ ਪੰਜਾਬ ਦੀ ਜਨਤਾ, ਕਿਸਾਨ ਮਜ਼ਦੂਰਾਂ ਨੂੰ ਜਿਹੜਾ ਵਾ ਉਹ ਕਿਤੇ ਨਾ ਕਿਤੇ ਖੁਦਕਸ਼ੀਆਂ ਵੱਲ ਜਾਣ ਦੀ ਜਿਹੜੀ ਆ ਉਹ ਸਾਰਾ ਮੱਦਾਂ ਦੇ ਵਿੱਚ ਲਿਖਿਆ ਵਾ। ਭਲੇ ਵਾਲੀ ਇੱਕ ਵੀ ਉਹਦੇ ਵਿੱਚ ਕੋਈ ਵੀ ਜਿਹੜੀ ਮੱਦ ਨਹੀਂ ਹੈਗੀ ਜਿਹੜੀ ਗੱਲ ਕਰਦੇ ਆ। ਤੇ ਸਰਕਾਰ ਨੂੰ ਇਹਦੇ ਉੱਤੇ ਪਹਿਲਾਂ ਆਪ ਵਿਚਾਰ ਕਰਨੀ ਬਣਦੀ ਵੀ ਕਿਹੜੀ ਗੱਲ ਤੇ ਕਿਸਾਨਾਂ ਨੂੰ ਕਹਿਣਗੇ ਵੀ ਤੁਸੀਂ ਜਿਹੜਾ ਵਾ ਇਹਦੇ ਤੇ ਗਮਰਾਹ ਹੋਣਦੇ ਜੇ। ਪਹਿਲਾਂ ਕਿਸਾਨ ਜਿਹੜੀ ਸਰਕਾਰ ਹੈ ਆਪ ਗਮਰਾਹ ਹੋ ਰਹੀ ਆ, ਆਪ ਉਹਦੇ ਚੋਂ ਨਿਕਲੇ, ਪਹਿਲਾਂ ਉਹਨੂੰ ਚੰਗੀ ਤਰ੍ਹਾਂ ਆਪ ਜਿਹੜੀ ਆ ਉਹ ਰੀਡ ਕਰੇ ਤੇ ਤਾਂ ਜਾ ਕੇ ਕਿਸਾਨਾਂ ਦੇ ਨਾਲ ਗੱਲਬਾਤ ਹੋ ਸਕਦੀ ਆ। ਕਿਸਾਨ ਅੱਜ ਉਹ ਨਹੀਂ ਰਿਹਾ ਜੋ ਪੁਰਾਣੇ ਬਜ਼ੁਰਗ ਜਿਹੜੇ ਅਨਪੜ੍ਹ ਹੁੰਦੇ ਸੀ ਤੇ ਲੋਕ ਜਿੱਦਾਂ ਕਹਿੰਦੇ ਉਹਦਾ ਮੰਨ ਜਾਂਦੇ ਆ। ਤਾਂ ਫਿਰ ਯਾਨੀ ਕਿ ਤੁਹਾਡੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਨਹੀਂ ਜਾਇਆ ਜਾਏਗਾ, ਜਿਹੜਾ ਕਿ ਕੇਂਦਰ ਸਰਕਾਰ ਵੱਲੋਂ ਨਿਯੋਤਾ ਦਿੱਤਾ ਗਿਆ ਸਾਰਿਆਂ ਨੂੰ, ਕਿਸਾਨ ਜਥੇਬੰਦੀਆਂ ਨੂੰ, ਕਿ ਤੁਸੀਂ ਆ ਕੇ ਮੀਟਿੰਗ ਕਰੋ, ਤਾਂ ਤੁਹਾਡੇ ਵੱਲੋਂ ਨਹੀਂ ਜਾਇਆ ਜਾਏਗਾ?
हाँ जी बिल्कुल बिल्कुल। किसान मजदूर संघर्ष कमेटी पंजाब ने कल सारी रात ਇਹਦਾ ਜਿਹੜਾ ਨਿਰੀਖਣ ਕੀਤਾ ਵਾ, ਉਹਦੀ ਚੰਗੀ ਤਰ੍ਹਾਂ ਪੜਤਾਲ ਕੀਤੀ ਆ, ਉਹਦੇ 'ਚ ਵੇਖਿਆ ਵਾ ਵੀ ਇਹਦੇ ਵਿੱਚ ਸਾਨੂੰ ਹਾਲੇ ਕੁਝ ਦੇਣ ਪੁੱਛਣ ਲੈਣ ਵਾਲੇ ਨਹੀਂ ਆ। ਇਸ ਕਰਕੇ ਸਿਰਫ ਟੋਆ ਟਵਾਈ ਵਾਲੀ ਹਾਲੇ ਉਹਨਾਂ ਦੀ ਜਿਹੜੀ ਮਨਸਾ ਵਾ, ਜਿੰਨਾ ਚਿਰ ਸਰਕਾਰ ਇਹਦੇ ਉੱਤੇ ਸਿਹਰਦ ਨਹੀਂ ਹੁੰਦੀ, ਸਰਕਾਰ ਦੀ ਮਨਸ਼ਾ ਸਾਫ਼ ਨਹੀਂ ਹੁੰਦੀ, ਉਹਨਾਂ ਚਿਰ ਮੀਟਿੰਗਾਂ ਕਰਨ ਦਾ ਕੋਈ ਫਾਇਦਾ ਨਹੀਂ ਆ। ਇਸ ਕਰਕੇ ਆਪਣੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਹੜੀ ਆ ਉਹ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਰਹੀ। ਸਰ ਤੁਸੀਂ ਕੀ ਚਾਹੁੰਦੇ ਹੋ ਕਿ ਸਰਕਾਰ ਕੀ ਕਰੇ, ਕਿਸ ਤਰੀਕੇ ਦੇ ਨਾਲ ਫਿਰ ਕਿਸਾਨ ਦਾ ਭਰੋਸਾ ਕਿਸ ਤਰ੍ਹਾਂ ਜਿੱਤੇ? ਅਸੀਂ ਕੀ ਚਾਹੁੰਦੇ ਹਾਂ, ਸਰਕਾਰ ਨੇ ਜਿਹੜੇ ਕਾਲੇ ਕਾਨੂੰਨ ਸਾਡੇ ਤੇ ਜ਼ਬਰਦਸਤੀ ਥੋਪੇ ਆ, ਉਹਦੀ ਹਰ ਮੱਦ ਕਿਸਾਨ ਨੂੰ ਮਾਰਨ ਵਾਲੇ ਪਾਸੇ ਲਿਜਾ ਰਹੀ ਆ। ਉਹਦੀ ਪਹਿਲਾਂ ਤਾਂ ਜਿਣਸ ਖੋਈ ਜਾਊਗੀ, ਫਸਲਾਂ ਖੋਈਆਂ ਜਾਣਗੀਆਂ, ਫਿਰ ਦੀ ਜ਼ਮੀਨ ਖੋਈ ਜਾਊਗੀ। ਉਹਦੇ ਵਾਸਤੇ ਇਹੋ ਜਿਹਾ ਜਿਹੜਾ ਵਾ ਸਕੰਜਾ ਕੱਸਿਆ ਜਾ ਰਿਹਾ ਵੀ ਉਹ ਕਿਸੇ ਜੋਗਾ ਨਹੀਂ ਰਹੂਗਾ, ਸਿਰਫ ਤੇ ਸਿਰਫ ਉਹ ਮੌਤ ਨੂੰ ਗਲੇ ਲਗਾਊਗਾ। ਚਾਹੇ ਕਿਸੇ ਵੀ ਰੂਪ ਦੇ ਵਿੱਚ ਖੁਦਕਸ਼ੀ ਕਰੇ, ਸਲਫਾਸ ਖਾਏ, ਰੇਲ ਗੱਡੀ ਥੱਲੇ ਆਏ, ਸਾਰਾ ਕੁਝ ਨਿਰਾ ਕਿਸਾਨ ਨਹੀਂ ਮਜ਼ਦੂਰ ਵੀ, ਪੰਜਾਬ ਦਾ ਹਰ ਵਰਗ ਉਸ ਪਾਸੇ ਨੂੰ ਜਾਣ ਵਾਲਾ ਵਾ। ਅਸੀਂ ਇਹ ਨਹੀਂ ਚਾਹੁੰਦੇ ਇਹਦੇ ਵੀ ਸਰਕਾਰ ਚਾਹੇ ਵੀ ਉਹ ਸਾਨੂੰ ਇਹ ਦੱਸੇ ਵੀ ਕਿਹੜਾ ਉਹਦੇ ਵਿੱਚ ਮੱਧ ਸਹੀ ਗਿਆ, ਜਿਹੜੀ ਮੱਧ ਨਾਲ ਉਹ ਕਹਿਣ ਡਿਆ ਵੀ ਲੋਕਾਂ ਦਾ ਭਲਾ ਹੋ ਜਾਊਗਾ, ਲੋਕ ਮਾਲਾ ਮਾਲ ਹੋ ਜਾਣਗੇ। ਇਹੋ ਜਿਹੀ ਕੋਈ ਮੱਧ ਹੈ ਹੀ ਨਹੀਂ ਆ, ਕੋਈ ਇਹੋ ਜਿਹਾ ਬੰਦਾ ਨਹੀਂ ਆ ਵੀ ਉਹ ਕਹਿੰਦੀ, ਸਰਕਾਰ ਕਹਿੰਦੀ ਹੈ ਵੀ ਲੋਕਾਂ ਨੂੰ ਆਜ਼ਾਦ ਕਰਤਾ, ਜਿੱਥੇ ਮਰਜ਼ੀ ਫਸਲ ਵੇਚ ਲੈਣ। ਪਹਿਲੋਂ ਵੀ ਕਿਸਾਨ ਆਜ਼ਾਦ ਸੀ, ਪਹਿਲੋਂ ਕੋਈ ਕਿਸਾਨ ਨੂੰ ਕਿਹੜੀ ਇਹੋ ਜਿਹੀ ਪਾਬੰਦੀ ਸੀ ਵੀ ਉਹ ਕਿਤੇ ਬਾਹਰ ਨਹੀਂ ਖੜ ਸਕਦਾ। ਯਾਨੀ ਕਿ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਜਿਹੜੀ ਹੈ ਸਿੱਧੇ ਤੌਰ ਤੇ ਸਮਝਾਵੇ ਕਿ ਇਹ ਬਿੱਲਾਂ ਦਾ ਫਾਇਦਾ ਕਿੱਥੇ ਹੈ। ਅਸੀਂ ਕਹਿੰਦੇ ਆ ਕਿਸੇ ਵੀ ਚੈਨਲ ਦੇ ਥਰੂ ਸਾਨੂੰ ਦੱਸ ਦੇਵੇ, ਕਿਸੇ ਵੀ ਆਪਣਾ ਪੱਤਰਕਾਰੀ ਰਾਹੀਂ, ਕਿਸੇ ਵੀ ਜਿਹੜਾ ਵਾ ਮੀਡੀਆ ਦੇ ਰਾਹੀਂ, ਚਾਹੇ ਖੁਦ ਆ ਕੇ ਦੱਸੇ ਵੀ ਕਿਹੜਾ ਇਹੋ ਜਿਹੀ ਮੱਦ ਉਹਦੇ ਵਿੱਚ ਹੈ ਜਿਹੜੀ ਲੋਕਾਂ ਦੇ ਭਲੇ ਵਾਸਤੇ ਆ। ਜਿੰਨੀਆਂ ਵੀ ਮੱਦਾਂ ਨੇ ਸਾਰੀਆਂ ਹੀ ਕਿਸਾਨ ਮਾਰੂ, ਲੋਕ ਮਾਰੂ ਤੇ ਮਜ਼ਦੂਰ ਮਾਰੂ ਨੇ। ਉਹਦੇ ਵਿੱਚ ਲੱਖਾਂ ਜਿਹੜੇ ਕਿਸਾਨ ਮਰਨੇ ਨੇ, ਲੱਖਾਂ ਖੇਤ ਮਜ਼ਦੂਰ ਮਰਨੇ ਨੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਆੜ੍ਹਤੀ ਮਰਨੇ ਨੇ ਤੇ ਪੱਲੇਦਾਰ ਮਰਨੇ ਨੇ, ਤੇ ਜਿਹੜਾ ਵੀ ਰੇੜੀ ਫੜੀ ਦੁਕਾਨ ਵਾਲਾ ਸਾਰਾ ਹੀ ਉਹਦੇ ਪਿੱਛੇ ਜਿਹੜਾ ਖੁਦਕਸ਼ੀ ਵੱਲ ਧਕੇਲਿਆ ਜਾ ਰਿਹਾ। ਸਰਕਾਰ ਉਹ ਆ ਕੇ ਸਾਹਮਣੇ ਆ ਕੇ ਉਹ ਗੱਲ ਕਰੇ ਵੀ ਕਿਹੜੀ ਮੱਦ ਲੋਕਾਂ ਦੇ ਭਲੇ ਵਾਲੀ ਆ। ਕੋਈ ਮੱਦ ਭਲੇ ਵਾਲੀ ਉਹਦੇ ਵਿੱਚ ਹੈ ਨਹੀਂ ਜਿਹਦੇ ਨਾਲ ਲੋਕਾਂ ਦਾ ਭਲਾ ਹੋਵੇ। ਆਖਣ ਨੂੰ ਆਖੀ ਜਾਂਦੇ ਨੇ ਵੀ ਤੁਸੀਂ ਆਜ਼ਾਦ ਜੇ ਜਾ ਕੇ ਜਿੱਥੇ ਮਰਜ਼ੀ ਵੇਚ ਸਕਦੇ। ਕੋਈ ਇਹੋ ਜਿਹਾ ਵਪਾਰੀ ਨਹੀਂ ਜਿਹੜਾ ਸਾਨੂੰ, ਹਾਂ ਇਹ ਅਸੀਂ ਕਹਿ ਸਕਦੇ ਹਾਂ ਵੀ ਜਦੋਂ ਲਾਲਚ ਦੇਣਾ ਵਾ, ਤੁਹਾਡੇ ਆਪਣਾ ਚੈਨਲ ਥਰੂ ਆਪਣੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਜਦੋਂ ਜੀਓ ਦੀ ਸਿਮ ਲੋਕਾਂ ਨੂੰ ਵੇਚਣੀ ਸੀ, ਲੋਕਾਂ ਦੇ ਉੱਤੇ ਘਰ ਤੇ ਕਬਜ਼ਾ ਕਰਨਾ ਸੀ ਤੇ 15-15 ਰੁਪਈਆਂ ਦੇ ਸਿਮਾਂ ਵੇਚੀਆਂ, ਸਾਰੇ ਲੋਕਾਂ ਨੂੰ 3-4 ਮਹੀਨਿਆਂ ਦਾ ਡਾਟਾ ਫ੍ਰੀ ਦਿੱਤਾ ਗਿਆ, 2-2 ਹਜ਼ਾਰ ਦੇ ਸੈੱਟ ਦਿੱਤੇ ਗਏ। ਜਦੋਂ ਉਹ ਵਿਕਣੇ ਥੋੜੇ ਘਟੇ ਫਿਰ ਉਹਦੇ ਤੇ ਰੇਟ ਕਰਤਾ 1600 ਦਾ, ਕਹਿੰਦੇ ਸੈੱਟ ਲੈ ਜਾਓ। ਜਦੋਂ ਫਿਰ ਉਹ ਤੇ ਬਹੁਤ ਲੋਕਾਂ ਨੇ ਲਏ, ਫਿਰ ਜਦੋਂ ਥੋੜਾ ਘਟਿਆ ਫਿਰ ਕਹਿੰਦੇ 800 ਦਾ ਲੈ ਲਓ, 400 ਦਾ ਲੈ ਲਓ। ਜਦੋਂ ਸਾਰੇ ਘਰ ਸੈੱਟ ਜੀਓ ਦੇ ਪਹੁੰਚ ਗਏ ਤੇ ਫਿਰ ਉਹਨਾਂ ਨੇ ਜਿਹੜਾ ਫ੍ਰੀ ਡਾਟਾ ਦਿੱਤਾ ਸੀ ਉਹਦੇ ਤੇ ਜਿਹੜਾ ਚਾਰਜ ਠੋਕ ਕੇ ਲਾਉਣਾ ਸ਼ੁਰੂ ਕਰਤਾ। ਇਹੋ ਹੀ ਤਰੀਕੇ ਦੇ ਨਾਲ ਖੇਤੀ ਦੇ ਉੱਤੇ ਹੋ ਸਕਦਾ ਸਾਲ ਪਾਰ ਉਹਨਾਂ ਨੂੰ ਦੱਸਿਆ ਜਾਵੇ ਵੀ ਜਿਹੜਾ ਉਹਨਾਂ ਨੇ ਮਾਰਕੀਟ ਕਮੇਟੀ ਦੀ ਫੀਸ ਦੇਣੀ ਆ ਉਹੀ ਜ਼ਿਮੀਂਦਾਰ ਨੂੰ ਵੱਧ 100-200 ਰੁਪਏ ਕੁਇੰਟਲ ਦੇ ਕੇ ਲਾਲਚ ਦੇ ਕੇ ਮੰਡੀ ਨਾਲੋਂ ਤੋੜਿਆ ਜਾਊਗਾ। ਜਦੋਂ ਮੰਡੀ ਨਾਲੋਂ ਕਿਸਾਨ ਟੁੱਟ ਜਾਊਗਾ, ਆੜ੍ਹਤੀ ਨਾਲੋਂ ਟੁੱਟ ਜਾਊਗਾ ਤੇ ਫਿਰ ਆਪਣੀ ਮਨਮਰਜ਼ੀ ਵਾਲੀ ਅਗਲੀ ਮੱਦ ਚੁੱਕ ਲੈਣਗੇ ਕਿ ਉਹਦੀ ਕੁਆਲਿਟੀ ਲੈਣਗੇ ਵੀ ਭਾਈ ਤੇਰੀ ਕੁਆਲਿਟੀ ਨਹੀਂ ਚੰਗੀ, ਇਹ ਤੇਰੇ ਦਾਣਿਆਂ ਦਾ ਭਾਅ ਇਹੋ ਹੀ ਲੱਗਣਾ ਹੀ, ਇਹ ਤੋਂ ਵੱਧ ਲੱਗਣਾ ਨਹੀਂ ਆ। ਫਿਰ ਕਿਸਾਨ ਕਿਸੇ ਬੰਨੇ ਜਾ ਨਹੀਂ ਸਕਦਾ, ਐਗਰੀਮੈਂਟ ਉਹਨਾਂ ਦਾ ਹੋ ਜਾਣਾ। ਇੱਥੋਂ ਤੱਕ ਵੀ ਮੱਦਾਂ ਹੈਗੀਆਂ ਐਗਰੀਮੈਂਟ ਦੇ ਵਿੱਚ ਕਿ ਜੇ ਜਿੰਨੀ ਕੁਆਂਟੀਟੀ ਲਈ ਆ, ਜੇ ਉਹਦੇ ਤੋਂ ਫਸਲ ਘੱਟ ਨਿਕਲੀ ਤੇ ਇਹਨਾਂ ਨੇ ਉਹਦੇ ਤੇ ਜਿਹੜੀ ਆ ਆਪਣਾ ਫਾਈਨ ਲਾਉਣਾ ਵਾ, ਜੁਰਮਾਨਾ ਲਾਉਣਾ ਵਾ ਉਹਦੇ ਉੱਤੇ, ਜਿਹੜਾ ਉਹਦੇ ਤੋਂ ਉਹਨੂੰ ਦਾਣੇ ਘਰ ਖਾਣ ਤੱਕ ਉਹਨੂੰ ਵੀ ਦੇਣ ਦੀ ਜਿਹੜੀਆਂ ਵਾ ਉਹ ਵੀ ਨੌਬਤ ਆਉਣੀ ਹੈ ਵੀ ਘਰ ਉਹਨੂੰ ਖਾਣ ਨੂੰ ਦਾਣੇ ਵੀ ਨਹੀਂ ਦਿੱਤੇ ਜਾਣੇ। ਤਾਂ ਭਾਜਪਾ ਨੇਤਾ ਜਿਹੜੇ ਨੇ ਤਰੁਣ ਚੁੱਗ, ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਤਾਂ ਉਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੂੰ ਜਿਹੜੇ ਕਿਸਾਨ ਨੇ ਇੱਕ ਪਾਸੇ ਤਾਂ ਧਰਨਿਆਂ ਤੇ ਬੈਠੇ ਨੇ, ਲੇਕਿਨ ਕੁਝ ਕਿਸਾਨ ਜਿਹੜੇ ਨੇ ਉਹ ਇਸ ਆਰਡੀਨੈਂਸ ਬਿੱਲਾਂ ਤੋਂ ਖੁਸ਼ ਵੀ ਨੇ। ਤਾਂ ਉਹਨਾਂ ਨੂੰ ਇੱਕ ਜਿਹੜਾ ਕਈ ਹੁੰਦੀ ਹੈ, ਜਿਹੜਾ ਕਿ ਕਿਸਾਨ ਦਾ ਯਾਨੀ ਕਿ ਇੱਕ ਸੰਦ ਹੁੰਦਾ ਹੈ, ਕਈ ਉਹਨਾਂ ਨੂੰ ਉਪਹਾਰ ਦਿੱਤੀ ਗਈ ਹੈ, ਯਾਨੀ ਕਿ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਉਸ ਕਈ ਦੇ ਨਾਲ। ਇਹ ਵੇਖੋ ਜੀ, ਬੜੀ ਹਾਸੋਹੀਣੀ ਗੱਲ ਆ ਵੀ ਤਰੁਣ ਚੁੱਗ ਜੀ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ
ਇਹ ਖੇਤੀ ਨੂੰ ਚੰਗੀ ਤਰ੍ਹਾਂ ਸਮਝਦੇ ਨੇ, ਪਰੰਤੂ ਇਹ ਸਮਝ ਵਾਲੀ ਗੱਲ ਤੇ ਨਹੀਂ ਆ। ਇਹ ਸਿਰਫ ਤੇ ਸਿਰਫ ਬਣੀ ਬਣਾਈ ਜੋ ਸੈਂਟਰ ਦੀ ਸਰਕਾਰ ਆ ਉਹਨਾਂ ਦੇ ਪਿੱਠੂ ਉਹਨਾਂ ਦੀ ਗੁਲਾਮੀ ਦੇ ਵਿੱਚ ਆ ਕੇ ਇਹ ਸਾਰਾ ਕੁਝ ਕਹਿੰਦੇ ਨੇ। ਸਾਰੇ ਹੀ ਕਿਸਾਨ ਇਹਦੇ ਬਰਖਲਾਫ ਨੇ। ਜਿਹੜੇ ਕਿਸਾਨ ਉਹ ਕਹਿੰਦੇ ਆ ਕਈ ਦੀ ਗੱਲ ਕੰਡੇ ਪੁਹਾਰ ਦੇ ਵਿੱਚ ਦਿੱਤੀ, ਉਹ ਕਿਸਾਨ ਨਹੀਂ ਆ। ਮਜ਼ਦੂਰਾਂ ਨੂੰ ਫੜ ਕੇ ਉਹਨਾਂ ਨੂੰ ਕੁਝ ਪੈਸੇ ਦੇ ਕੇ ਬੁਲਵਾਇਆ ਗਿਆ ਵਾ। 2 ਤਰੀਕ ਨੂੰ 2 ਅਕਤੂਬਰ ਨੂੰ ਤਰਨ ਚੁੱਗ ਜੀ ਜਿਹੜੇ ਨੇ 1 ਤਰੀਕ ਨੂੰ ਪਹਿਲੋਂ ਜਦੋਂ ਦਿੱਲੀ ਤੋਂ ਆਏ ਨੇ ਤੇ ਇਹ ਆਪਣਾ ਦੁਰਗਿਆਣਾ ਮੰਦਿਰ ਮੱਥਾ ਟੇਕਣ ਗਏ ਸੀ। ਲੋਕ ਇਹਨਾਂ ਦੇ ਗਲ ਪਏ ਨੇ ਉੱਥੇ ਵੀ। 2 ਤਰੀਕ ਨੂੰ ਇਹਨਾਂ ਨੇ ਕਾਨਫਰੰਸ ਕਰਨੀ ਸੀ। ਆ ਜਿਹੜਾ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ, ਗੁੰਮਰਾਹ ਕਰਨ ਵਾਲੀ ਰਜਿੰਦਰ ਮੋਹਨ ਸੀਨਾ ਦੇ ਫਾਰਮ ਹਾਊਸ ਦੇ ਉੱਤੇ, ਉਹਨਾਂ ਦੇ ਪੱਠੇ ਦੇ ਉੱਤੇ ਲਦੇ ਪਿੰਡ ਰਾਜਾ ਸਾਂਸੀ ਦੇ ਨੇੜੇ, ਉੱਥੇ ਇਹਨਾਂ ਨੇ ਉਹਨਾਂ ਨੂੰ ਇਕੱਠਾ ਕੀਤਾ ਸੀ। ਪੱਠੇ ਵਾਲੇ ਮਜ਼ਦੂਰਾਂ ਨੂੰ, ਕੁਛ ਕਿਸਾਨਾਂ ਨੂੰ ਇਸ ਤਰੀਕੇ ਨਾਲ ਗੁੰਮਰਾਹ ਕਰਨਾ ਸੀ। ਅਸੀਂ ਇੱਥੇ ਆਪਣਾ ਜਿਹੜਾ ਵਾ ਦੇਵੀਦਾਸਪੁਰੇ ਬੈਠੇ, ਸਾਨੂੰ ਖਬਰ ਲੱਗੀ ਸੀ। ਜਥੇਬੰਦੀ ਵਾਲਿਆਂ ਨੇ ਜਾ ਕੇ ਇਹਦਾ ਉੱਥੇ ਘਰਾਓ ਕੀਤਾ ਵਾ। ਇਹਨੂੰ ਉੱਥੋਂ ਭੱਜਣ ਨੂੰ ਰਾਹ ਨਹੀਂ ਲੱਭਾ। ਹਾਥੇ ਨੇ ਜੋੜੇ ਆ, ਵੀਡੀਓ ਵਾਇਰਲ ਹੋਈਆਂ ਨੇ ਤੇ ਪਿਛਲੇ ਰਸਤੇ ਜਿਹੜਾ ਵਾ ਫਾਰਮ ਹਾਊਸ ਦੇ ਇਹ ਉੱਥੋਂ ਦੌੜਿਆ ਵਾ। ਕਿਸਾਨਾਂ ਨੇ ਫਿਰ ਇਹਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਨਾਲ ਇਹ ਵੀ ਐਲਾਨ ਕੀਤਾ ਵੀ ਜਿੱਥੇ ਜਿੱਥੇ ਵੀ ਜਾਊਗਾ ਉੱਥੇ ਇਹਦਾ ਪਿੱਛਾ ਕਰਾਂਗੇ, ਕਿਉਂਕਿ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਆਪਣੇ ਝਾਂਸੇ 'ਚ ਲੈ ਕੇ। ਉਹਨਾਂ ਨੂੰ ਇਹ ਨਹੀਂ ਆ, ਕਿਸਾਨ ਆਪਣੀ ਮਰਜ਼ੀ ਨਹੀਂ ਪਰ ਚੁੱਗ ਸਾਹਿਬ ਤਾਂ ਇਹ ਕਹਿ ਰਹੇ ਨੇ ਕਿ ਉਹ ਤਾਂ ਕੁਛ ਹੀ ਕਿਸਾਨ ਸੀ ਜਿਨ੍ਹਾਂ ਵੱਲੋਂ ਉਹਨਾਂ ਦੀ ਗੱਡੀ ਦਾ ਘਰਾਵ ਕੀਤਾ ਗਿਆ ਸੀ, ਲੇਕਿਨ ਜ਼ਿਆਦਾਤਰ ਉਹਨਾਂ ਦੀ ਫੇਵਰ 'ਚ ਨੇ, ਤਾਂ ਹੀ ਉਹਨਾਂ ਨੂੰ ਉਭਾਰ ਦਿੱਤਾ ਜੀ। ਉਹ ਦੱਸਣਾ ਚੁੱਗ ਸਾਹਿਬ ਵੀ ਕਿਹੜੇ ਕਿਸਾਨ ਉਹਨਾਂ ਦੇ ਫੇਵਰ 'ਚ ਜ਼ਿਆਦਾ ਤੇ ਫਿਰ ਉਹ ਭੱਜੇ ਕਿਉਂ। ਜਿਹੜੀਆਂ ਵੀਡੀਓ ਵਾਇਰਲ ਹੋਈਆਂ ਉੱਥੋਂ ਦੌੜੇ ਕਿਉਂ ਹੱਥ ਜੋੜਦੇ ਨੇ। ਸਾਰਾ ਪੰਜਾਬ ਦਾ ਕਿਸਾਨ ਨਹੀਂ, ਅੱਜ ਪੂਰੇ ਹਿੰਦੁਸਤਾਨ ਦਾ ਕਿਸਾਨ ਬਰਖਲਾਫ ਆ ਭਾਜਪਾ ਦੀਆਂ ਇਹਨਾਂ ਨੀਤੀਆਂ ਦੇ ਬਰਖਲਾਫ। ਤਰਨ ਚੁੱਗ ਜੀ ਆਪਣੇ ਮਨੋਂ ਨਹੀਂ ਕਹਿੰਦੇ, ਆਪਣੇ ਦਿਮਾਗ ਨਾਲ ਨਹੀਂ ਕਹਿੰਦੇ। ਜੋ ਸੈਂਟਰ ਤੋਂ ਉਹਨੂੰ ਬੋਲ ਕੇ ਉੱਥੋਂ ਜੋ ਨਾ ਸਿਖਾ ਕੇ ਕਲਾਇਆ ਉਹ ਰਟਾਇਆ ਆ ਕੇ ਕਹਿੰਦੇ ਨੇ। ਕਮ ਸੇ ਕਮ ਚੁੱਗ ਜੀ ਜਿਹੜੇ ਨੇ, ਤਰਨ ਚੁੱਗ ਜੀ ਪੰਜਾਬ ਦੇ ਰਹਿਣ ਵਾਲੇ, ਪੰਜਾਬ ਦਾ ਖਾਂਦੇ ਨੇ, ਕਿਸਾਨੀ ਨੂੰ ਵੇਖਦੇ ਨੇ ਨੇੜਿਓਂ। ਇਹਨਾਂ ਨੂੰ ਸਮਝਾਉਣਾ ਉਲਟਾ ਚਾਹੀਦਾ ਸੈਂਟਰ ਸਰਕਾਰ ਨੂੰ, ਭਾਈ ਇਹ ਸਾਰਾ ਕੁਝ ਬਰਖਲਾਫ ਆ। ਲੋਕ ਆਪਣੀ ਮਰਜ਼ੀ ਨਾਲ ਨਹੀਂ, ਇੱਥੋਂ ਫਿਰ ਦੇਵੀਦਾਸਪੁਰ ਤੋਂ ਕਮ ਸੇ ਕਮ 35-40 ਕਿਲੋਮੀਟਰ ਦਾ ਫਾਸਲਾ ਹੋਊਗਾ। ਇੱਥੋਂ ਜਾ ਕਰਕੇ ਉਹਦਾ ਵਿਰੋਧ ਕਰਿਆ ਤੇ ਸਾਰੇ ਲੋਕ ਉਹਨਾਂ ਪਿੰਡਾਂ ਦੇ ਦਿਵਾਲੇ ਹੋ ਗਏ। ਉੱਥੇ ਦੁਬਾਰਾ ਜਾ ਕੇ ਸਾਰਿਆਂ ਨੇ ਘੇਰਾਘੇਰੀ ਕੀਤੀ। ਇਹਨਾਂ ਦੇ 2-3 ਜਗ੍ਹਾ ਤੇ ਉਦੋਂ ਪ੍ਰੋਗਰਾਮ ਸੀ 2 ਅਕਤੂਬਰ ਨੂੰ। ਦੂਸਰੀ ਜਗ੍ਹਾ ਕਿਤੇ ਮੁੜ ਕੇ ਇਹਨਾਂ ਦੀ ਹਿੰਮਤ ਨਹੀਂ ਪਈ ਉੱਥੇ ਜਾਣ ਦੀ। ਜੇ ਕਿਸਾਨ ਇਹਨਾਂ ਦੇ ਨਾਲ ਹੁੰਦੇ ਤੇ ਕੁਛ ਹੀ ਬੰਦੇ ਇਹਨਾਂ ਦਾ ਵਿਰੋਧ ਕਿਉਂ ਕਰਦੇ। ਕਿਉਂਕਿ ਵਿਰੋਧ ਕਰਨ ਵਾਲਾ ਸਾਰਾ ਪੰਜਾਬ ਆ। ਇਹਨਾਂ ਦੇ ਪੱਖ ਵਾਲੇ ਜਿਹੜੇ ਇਹਨਾਂ ਨੇ ਗਿਣੇ ਚੁਣੇ ਜਾਂ ਉਹਨਾਂ ਨੂੰ ਪੈਸੇ ਦੇ ਕੇ ਬੁਲਾਉਂਦੇ ਨੇ, ਅਸਲੀਅਤ ਇਹ ਆ ਵਾ। ਤਾਂ ਬਿਲਕੁਲ ਇਹ ਸਨ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜਿਹੜੇ ਮੈਂਬਰ, ਜਿਨ੍ਹਾਂ ਵੱਲੋਂ ਇਹ ਆਖਿਆ ਗਿਆ ਹੈ ਕਿ ਜਿਹੜੇ 3 ਆਰਡੀਨੈਂਸ ਬਿੱਲ ਪਾਸ ਕੀਤੇ ਗਏ ਨੇ ਉਹਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਤੇ ਜਿਹੜੇ ਕੇਂਦਰ ਸਰਕਾਰ ਵੱਲੋਂ ਇਹ ਕਿਹਾ ਗਿਆ ਹੈ ਕਿ ਜਿੰਨੇ ਵੀ ਜਥੇਬੰਦੀਆਂ ਨੇ ਉਹਨਾਂ ਨੂੰ ਮੀਟਿੰਗ ਦੇ ਲਈ ਬੁਲਾਇਆ ਗਿਆ ਤੇ ਉਹਨਾਂ ਨੇ ਕਿਹਾ ਕਿ ਕਿਸਾਨ ਸੰਘਰਸ਼ ਕਮੇਟੀ ਪੰਜਾਬ ਜਿਹੜੀ ਹੈ ਉਹ ਬਿਲਕੁਲ ਇਸ ਜਿਹੜਾ ਕਿ ਇਹ ਮੀਟਿੰਗ ਬੁਲਾਈ ਗਈ ਹੈ ਉਸ ਦੇ ਵਿੱਚ ਨਹੀਂ ਜਾਣਗੇ। ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਬੀਜੇਪੀ ਦੇ ਜਿੰਨੇ ਵੀ ਨੇਤਾ ਨੇ, ਯਾਨੀ ਕਿ ਜਾਂ ਤਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਿਹੜੇ ਕਿ ਇੱਕ ਨਿੱਜੀ ਚੈਨਲ ਤੇ ਆ ਕੇ ਉਹਨਾਂ ਨੂੰ ਇਹ ਸਮਝਾਉਣ ਕਿ ਇਹ ਜਿਹੜੇ ਆਰਡੀਨੈਂਸ ਪਾਸ ਕੀਤੇ ਗਏ ਨੇ ਇਹ ਕਿਸ ਤਰ੍ਹਾਂ ਕਿਸਾਨਾਂ ਦੇ ਹਿੱਤ ਦੇ ਵਿੱਚ ਨੇ, ਜਾਂ ਤਾਂ ਉਹ ਆਪ ਕਿਸੇ ਨਿੱਜੀ ਚੈਨਲ ਤੇ ਹੋਣ ਜਾਂ ਫਿਰ ਕਿਸਾਨਾਂ ਦੇ ਹਿੱਤ ਦੇ ਵਿੱਚ ਆ ਕੇ ਇੱਥੇ ਖੁਦ ਉਹਨਾਂ ਨੂੰ ਸਮਝਾਉਣ ਕਿ ਇਹ ਕਿਸ ਤਰ੍ਹਾਂ ਉਹਨਾਂ ਦੇ ਹੱਕ ਦੇ ਵਿੱਚ ਨੇ। ਤੇ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿੰਨਾ ਦੇਰ ਤੱਕ ਇਹ ਆਰਡੀਨੈਂਸ ਬਿੱਲ ਰੱਦ ਨਹੀਂ ਕੀਤੇ ਜਾਂਦੇ ਉਹ ਇਸੇ ਤਰ੍ਹਾਂ ਹੀ ਟਰੈਕ ਤੇ ਬੈਠੇ ਰਹਿਣਗੇ। ਵੀਡੀਓ ਜਰਨਲਿਸਟ ਮਨੋਜ ਭਗਤ ਨਾਲ ਵਿਸ਼ਾਲ ਸ਼ਰਮਾ, ਲਾਈਵ ਭਾਰਤ, ਅੰਮ੍ਰਿਤਸਰ।